FM 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਸਾਂਝ ਲੈ ਕੇ ਤੁਹਾਡੇ ਨਾਲ ਰੂਬਰੂ ਅਤੇ ਸਾਂਝ ਪ੍ਰੋਗਰਾਮ ਦੇ ਵਿੱਚ ਆਪਾਂ ਖੂਬਸੂਰਤ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਹਨਾਂ ਵਿਚਾਰਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਬਹੁਤ ਕੁਝ ਸਿੱਖਦੇ ਰਵਾਂਗੇ, ਕਿਉਂਕਿ ਜਿੰਨਾ ਚਿਰ ਜ਼ਿੰਦਗੀ ਆ ਆਖਰੀ ਪਲ ਆ ਉਦੋਂ ਤੱਕ ਸਿੱਖਦੇ ਰਹਿਣਾ, ਸਿਖਿਆਰਥੀ ਬਣੇ ਰਹਿਣਾ, ਇਹ ਸਭ ਤੋਂ ਵੱਡਾ ਪਹਿਲਾ ਜਿਹੜਾ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰ ਅੱਜ ਥੋੜੀ ਜਿਹੀ ਗੱਲ ਕਰਾਂਗੇ, ਸਾਡੀਆਂ ਜਿਹੜੀਆਂ ਪੈੜਾਂ ਆ ਨਾ, ਨਵੀਆਂ ਪੈੜਾਂ, ਉਹ ਕਿਹੜੇ ਬੰਨਿਆਂ ਨੂੰ ਲੈ ਕੇ ਜਾ ਰਹੀਆਂ ਨੇ, ਕਿਵੇਂ ਦੀਆਂ ਜਿਹੜੀਆਂ ਨਵੀਆਂ ਪੈੜਾਂ ਅਸੀਂ ਪਈਏ ਤੇ ਕਿਵੇਂ ਦੀਆਂ ਪੈੜਾਂ ਤੋਂ ਅਸੀਂ ਛੁਟਕਾਰਾ ਪਾਈਏ। ਸੋ ਗੱਲ ਛੋਟੀ ਜੀ ਨਹੀਂ, ਵੱਡੀ ਆ। ਸਮਾਂ ਬਦਲ ਗਿਆ ਆ, ਹਾਲਾਤ ਬਦਲ ਗਏ ਨੇ, ਤਕਨੀਕ ਬਦਲ ਗਈ ਆ, ਰਹਿਣ ਸਹਿਣ ਬਦਲ ਗਿਆ ਆ। ਪਰ ਅੱਜ ਸਾਰੇ ਲੋਕ ਸੋਚ ਰਹੇ ਨੇ ਕਿ ਅੱਜ ਦੇ ਗੱਲ ਤੇ ਗੜੀ ਕਹੀਏ ਤੇ ਮੈਂ ਇਸੇ ਗੱਲ ਤੇ ਅੜੀ ਹੋਈ ਆ ਕਿ ਲੋਕ ਕੀ ਕਹਿਣਗੇ। ਆਪਣੇ ਰੁਤਬੇ ਨੂੰ ਵੀ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਤੋਂ ਬਿਨਾ ਜਿਹੜਾ ਆ ਪਰਵਾਹ ਕੀਤਿਆ ਮਹਿੰਗਾਈਆਂ ਜਿਹੜੀਆਂ ਉਹ ਵਧਦੀਆਂ ਜਾਂਦੀਆਂ ਤੇ ਮਹਿੰਗੀਆਂ ਚੀਜ਼ਾਂ ਨੂੰ ਖਰੀਦ ਕੇ ਹੋਰ ਕਰਜ਼ਾ ਕਰੀ ਜਾ ਰਹੇ ਆ। ਪੜ੍ਹ ਲਿਖ ਕੇ ਨੌਜਵਾਨ, ਚਾਹੇ ਮੁੰਡਾ ਆ ਚਾਹੇ ਕੁੜੀ ਆ, ਛੋਟਾ ਕੰਮ ਕਰਨ ਲੱਗਿਆਂ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਆ। ਪਰ ਇਹੀ ਕੰਮ ਦੇਸ਼ ਤੋਂ ਬਾਹਰ ਜਾਂਦੇ ਨਾ, ਨੌਜਵਾਨ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ। ਲੋਕਾਂ ਦੀ ਰਫ਼ਤਾਰ ਚਾਹੇ ਛੋਟੇ ਦੇਸ਼ ਦੀ ਨਹੀਂ ਬਲਕਿ ਵੱਡੇ ਦੇਸ਼ ਦੀ ਆ। ਬੱਚਿਆਂ ਨੂੰ ਬਾਹਰ ਅਸੀਂ ਨਹੀਂ ਭੇਜਣਾ ਚਾਹੁੰਦੇ, ਪਰ ਨਵੇਂ ਇਸ਼ਤਿਹਾਰ, ਨਵੀਆਂ ਸਕੀਮਾਂ ਹਨਾ, ਤਾਂ ਉਹ ਲੱਖਾਂ ਰੁਪਈਏ, ਜਿਵੇਂ 10-20 ਲੱਖ ਰੁਪਈਏ ਦੇ ਕੇ ਵੀ ਅਸੀਂ ਫਸ ਜਾਂਦੇ ਆ। ਕੈਨੇਡਾ ਹੀ ਜਾਣਾ ਆ, ਸਿਹਤ ਭਾਵੇਂ ਜਵਾਬ ਦੇ ਜਾਵੇ, ਪਰੰਤੂ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਸਾਈਕਲ ਨਹੀਂ ਚਲਾਉਣਾ, ਤੁਰਨਾ ਨਹੀਂ। ਬੜੀ ਸ਼ਰਮ ਆਉਂਦੀ ਆ। ਅੱਜ ਕੱਲ ਮੁੰਡੇ ਨੂੰ ਤੇ ਕੁੜੀ ਨੂੰ ਵਿਆਹੁਣ ਦੇ ਲਈ ਨਾ ਇਹ ਦੇਖਿਆ ਜਾਂਦਾ ਹੈ ਕਿ ਪਰਿਵਾਰ ਅਮੀਰ ਹੋਵੇ, ਚੰਗਾ ਘਰਾਣਾ ਨਹੀਂ ਦੇਖਿਆ ਜਾਂਦਾ। ਚੰਗਾ ਘਰਾਣਾ ਦੇਖੋਗੇ ਤਾਂ ਗਰੀਬ ਤਬਕਾ ਹੀ ਮਿਲੂਗਾ। ਵਿਆਹ ਕਰਨ ਲੱਗਿਆਂ ਲੋਕ ਆਪਣੀ ਹੈਸੀਅਤ ਤੋਂ ਬਾਹਰ ਉੱਠ ਕੇ ਕਰਜ਼ਾ ਚੱਕ ਕੇ ਖਰਚਾ ਕਰਦੇ ਨੇ, ਸਿਰਫ ਲੋਕ ਦਿਖਾਵੇ ਲਈ। ਫਿਰ ਭਾਵੇਂ ਸਾਰੀ ਉਮਰ ਕਰਜ਼ੇ ਦੇ ਵਿੱਚ ਡੁੱਬੇ ਰਹਿਣ, ਅਖੀਰ ਗੱਲ ਖੁਦਕੁਸ਼ੀ ਤੇ ਆਣ ਮੁੱਕਣੀ ਆ। ਆਮ ਕਰਕੇ ਲੋਕਾਂ ਨੂੰ ਮਿਲਣ ਲਈ ਜਾਓ ਨਾ, ਅਜੇ ਵੀ ਲੋਕ ਸੂੜੀ ਸੋਚ ਦੇ ਤੋਂ ਡਰਦਿਆਂ ਹੈ ਇਹ ਕਹਿੰਦੇ ਆ ਕਿ ਆਪਣੇ ਬੱਚਿਆਂ ਦਾ ਵਿਆਹ ਜਲਦੀ ਕਰ ਦਿੱਤਾ ਜਾਵੇ। ਰਿਸ਼ਤੇਦਾਰ ਵੀ ਕਹਿਣਾ ਸ਼ੁਰੂ ਕਰ ਦਿੰਦੇ ਆ, ਬੱਚੇ ਦਾ ਵਿਆਹ ਕਰੋ, ਅੱਜ ਕੱਲ ਜ਼ਮਾਨਾ ਚੰਗਾ ਨਹੀਂ, ਜ਼ਿਆਦਾ ਪੜ੍ਹਾ ਲਿਖਾ ਕੇ ਵੀ ਕੀ ਕਰਨਾ ਆ, ਘਰ ਦਾ ਕੰਮ ਹੀ ਕਰਨਾ ਆ। ਗਰੀਬ ਦੇ ਕੋਲ ਕੋਈ ਬੈਠ ਕੇ ਰਾਜੀ ਨਹੀਂ ਹੁੰਦਾ। ਸ਼ਾਨ 'ਚ ਜੋ ਫਰਕ ਪੈਂਦਾ ਆ, ਅਮੀਰ ਲੋਕ ਗਰੀਬਾਂ ਨੂੰ ਮਿਲਣ 'ਚ ਸ਼ਰਮ ਮਹਿਸੂਸ ਕਰਦੇ ਹਨ। ਆਮ ਕਰਕੇ ਸਰਕਾਰੀ ਮਹਿਕਮੇ ਦੇ ਵੇਖਣ ਵਿੱਚ ਆਉਂਦਾ ਹੈ ਕਿ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਇੱਥੋਂ ਤੱਕ ਕਿ ਹੱਥ ਮਿਲਾਉਣਾ ਵੀ ਜ਼ਰੂਰੀ ਨਹੀਂ ਸਮਝਦੇ, ਜਿਵੇਂ ਕਿ ਉਹਨਾਂ ਨੇ ਕੋਈ ਗੁਨਾਹ ਕੀਤਾ ਹੋਵੇ। ਆਪਣਾ ਰੁਤਬਾ ਉੱਚਾ ਸਮਝਣ ਤੇ ਹੀ ਅਤੇ ਧੜੇਬਾਜ਼ੀ ਬਣਦੀ ਰਹਿੰਦੀ ਆ। ਨਤੀਜੇ ਵਜੋਂ ਆਪਣੀ ਦੁਸ਼ਮਣੀ ਪੈ ਜਾਂਦੀ ਹੈ। ਸਮਾਜ ਵਿੱਚ ਬਹੁਤੀ ਚੌਧਰ ਪ੍ਰਧਾਨ ਲੋਕ ਇਨਸਾਨ ਨੂੰ, ਇਨਸਾਨੀਅਤ ਜਿਹੜੀ ਆ ਉਹ ਅੱਖੋਂ ਪਰੋਖੀ ਕੀਤੀ ਹੋਈ ਆ, ਸਗੋਂ ਪੈਸੇ ਪੱਖੋਂ ਦੇਖਦੇ ਹਨ। ਇੱਕ ਚੀਜ਼ ਹੋਰ ਆ ਕਿ ਦੂਜਿਆਂ ਤੋਂ ਚੰਗੇ ਕੱਪੜੇ ਪਾਉਣੇ, ਉਧਾਰ ਚੱਕ ਕੇ ਬੁਲਟ ਲੈਣਾ, ਗੱਡੀ ਲੈਣੀ ਸ਼ਾਨ ਸਮਝਿਆ ਜਾਂਦਾ ਆ ਜੀ। ਲੋਕ ਫੁੱਕੀ ਟੋਰ ਤੇ ਵਾਹ ਖੱਟਣਾ ਖਾਤਰ ਆਪਣਾ ਝੁੱਗਾ ਜੋੜ ਕਰਵਾ ਲੈਂਦੇ ਆ।
ਲੋਕਾਂ ਦਾ ਕੀ ਹੈ ਜੀ, ਕਿਸੇ ਪਾਸੇ ਨਹੀਂ ਲੱਗਣਾ। ਕੋਈ ਵਿਦੇਸ਼ ਜਾ ਕੇ ਕੰਮ ਕਰਦਾ ਆ ਤਾਂ ਕਿੰਨੇ ਪੁੱਛਣਾ ਆ, ਤੇ ਕੋਈ ਇੱਥੇ ਆ ਕੇ ਵਪਾਰ ਕਰਦਾ ਹੈ ਤਾਂ ਸਭ ਨੇ ਪੁੱਛਣਾ ਆ। ਉਹ ਦਿਨ ਤੋਂ ਹੀ ਪੁੱਛਣਾ ਸ਼ੁਰੂ ਕਰ ਦਿੰਦੇ ਆ ਜਿਸ ਦਿਨ ਤੋਂ ਤੁਸੀਂ ਵਾਪਸੀ ਕਦੋਂ ਆਉਣਾ ਆ। ਪਹਿਲਾਂ ਹੀ ਇਹ ਸਵਾਲ ਹੁੰਦਾ ਸਭ ਦਾ। ਇੱਥੇ ਰਹਿ ਕੇ ਕਿਹੜਾ ਗੁਜ਼ਾਰਾ ਹੁੰਦਾ, ਪੈਸੇ ਬਣਦੇ ਨੇ। ਜੇ ਕੋਈ ਘਰ ਰਹੇ ਤਾਂ ਲੋਕ ਕਹਿਣਗੇ ਕੋਈ ਕੰਮ ਧੰਦਾ ਨਹੀਂ ਕਰਦਾ, ਸਾਰਾ ਦਿਨ ਵਿਹਲਾ ਰੋਟੀਆਂ ਪਾੜਦਾ ਰਹਿੰਦਾ ਆ। ਕੋਈ ਕੰਮ ਕਰਦਾ, ਕੋਈ ਨਹੀਂ ਕਰਦਾ, ਕੋਈ ਬਹਿ ਕੇ ਵੀ ਨਹੀਂ ਜਰਦਾ। ਇੰਨਾ ਪੈਸਾ ਕਮਾ ਕੇ ਵੀ ਕੀ ਕਰਨਾ। ਕਈ ਕਹਿ ਦਿੰਦੇ ਆ ਕਿ ਇੰਨਾ ਪੈਸਾ ਕਮਾ ਕੇ ਕੀ ਕਰਨਾ। ਜੇ ਇੱਕ ਪੈਸਾ ਇੱਕ ਬੰਦੇ ਨੂੰ ਜਹਾਨੋਂ ਤੁਰ ਜਾਵੇ ਤਾਂ ਦੋ ਪਾਸੇ ਚਾਰੇ ਪਾਸੇ ਸਾਰੇ ਬੋਲਣਗੇ। ਲੋਕਾਂ ਵੱਲ ਵੇਖ ਕੇ ਤਰੱਕੀ ਨਹੀਂ ਹੁੰਦੀ। ਕਦੇ ਸੋਚ ਕੇ ਵੱਡਿਆਂ ਦੀ ਜੇ ਗੱਲ ਕਰੀਏ, ਬਿਜ਼ਨਸਮੈਨ ਜੇ ਦੇਖੀਏ ਵੱਡੇ ਵੱਡੇ, ਤੇ ਉਹ ਇੱਕੋ ਦਿਨ ਦੇ ਵਿੱਚ ਨਹੀਂ ਬਣ ਗਏ। ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ ਪਿੰਡੇ ਤੇ ਹਣਾਈਆਂ ਹੁੰਦੀਆਂ। ਬਹੁਤ ਸਾਰੇ ਤਾਨੇ ਮਿਹਣੇ ਸਹਾਰਨੇ ਪੈਂਦੇ ਆ। ਜ਼ਿੰਦਗੀ ਇੱਕ ਸੰਘਰਸ਼ ਆ। ਅਸੀਂ ਜਾਨਵਰਾਂ ਦੀ ਤਰ੍ਹਾਂ ਰੋਟੀ ਖਾ ਕੇ ਸਾਰੀ ਉਮਰ ਬੋਝ ਬਣ ਕੇ, ਬੋਝ ਢੋ ਕੇ ਮਰ ਜਾਂਦੇ ਆ। ਮਨੁੱਖ ਹੋਣ ਦਾ ਕੀ ਫਾਇਦਾ। ਗਰੀਬ ਹੋਣਾ ਪਾਪ ਨਹੀਂ। ਇਨਸਾਨ ਜਨਮ ਤੋਂ ਗਰੀਬ ਤੇ ਅਮੀਰ ਪੈਦਾ ਹੋ ਸਕਦਾ ਹੈ, ਪਰ ਸਾਰੀ ਉਮਰ ਉਹ ਗਰੀਬੀ ਦੇ ਵਿੱਚ ਕੱਟ ਜਾਵੇ, ਇਹ ਵੀ ਗੱਲ ਨਹੀਂ। ਗਰੀਬੀ ਤੇ ਅਮੀਰੀ ਜਿਹੜੀ ਆ ਉਹਦੀ ਮਿਹਨਤ ਅਤੇ ਸੰਘਰਸ਼ ਤੇ ਨਿਬੜਦੀ ਆ। ਤੇ ਅੱਜ ਅਸੀਂ ਗਰੀਬ ਆ ਤਾਂ ਕੱਲ ਨੂੰ ਪੂਰੀ ਮਿਹਨਤ ਸੰਘਰਸ਼ ਕਰਾਂਗੇ ਤਾਂ ਅਸੀਂ ਵੀ ਅਮੀਰ ਬਣ ਜਾਵਾਂਗੇ। ਅਮੀਰ ਬਣਨਾ ਬੁਰੀ ਗੱਲ ਨਹੀਂ, ਅਮੀਰੀ ਅੰਦਰ ਇਨਸਾਨੀਅਤ ਨੂੰ ਖਤਮ ਕਰਨਾ ਬੁਰੀ ਗੱਲ ਆ। ਤੇ ਆਓ ਸਮਾਜ ਦੇ ਵਿੱਚ ਆਪਾਂ ਇਹ ਰੂੜੀਵਾਦ ਸੋਚ ਨੂੰ ਪਾਸੇ ਕਰੀਏ। ਭ੍ਰਿਸ਼ਟਾਚਾਰ ਦੇ ਵਿੱਚ ਜਾਂ ਭ੍ਰਿਸ਼ਟ ਸਾਡੀ ਸੋਚ ਨੂੰ ਅਸੀਂ ਆਪਣੇ ਤੋਂ ਦੂਰ ਕਰੀਏ, ਕਿਉਂਕਿ ਆਉਣ ਵਾਲਾ ਸਮਾਂ ਇੱਕ ਇੱਕ ਘੜੀ ਜਿਹੜੀ ਆ ਬਹੁਤ ਕੀਮਤੀ ਆ। ਇੱਕ ਇੱਕ ਦਿਨ ਦੀ ਮਿਸਾਲ ਦਈਏ ਤਾਂ ਸਾਡਾ ਸਮਾਜ ਕਿਹੜੇ ਰਾਹੇ ਪੈ ਰਿਹਾ ਤਾਂ ਅਸੀਂ ਕਿਹੜੇ ਰਾਹ ਪੈਣਾ ਆ। ਕਹਿੰਦੇ ਨੇ ਕਿ ਜਿਹਨੇ ਤਰੱਕੀ ਕਰਨੀ ਆ ਉਹ ਚੱਲਦਾ ਕੱਲਾ ਆ, ਪਰ ਤਰੱਕੀ ਤੋਂ ਬਾਅਦ ਵਿੱਚ ਉਹਦੇ ਮਗਰ ਕਾਫਲਾ ਬਣ ਜਾਂਦਾ ਆ। ਤਾਂ ਸਫਲਤਾ ਤੁਹਾਡਾ ਸੰਘਰਸ਼ ਜਿਹੜਾ ਆ ਉਹੀ ਤੈਅ ਕਰਦਾ ਆ ਕਿ ਸਫਲਤਾ ਤੈਨੂੰ ਮਿਲਣੀ ਆ ਜਾਂ ਨਹੀਂ ਮਿਲਣੀ। ਜਦੋਂ ਅਸੀਂ ਸੰਘਰਸ਼ ਕਰਨਾ ਛੱਡ ਦਿੰਦੇ ਆ ਤਾਂ ਇੱਕ ਥਾਂ ਖੜੇ ਹੋ ਜਾਂਦੇ ਆ। ਪਾਣੀ ਵਗਦੇ ਹੀ ਭਲੇ ਆ, ਜਦੋਂ ਇੱਕ ਥਾਂ ਖੜ ਜਾਣ ਤਾਂ ਉਹ ਵੀ ਬਦਬੂ ਮਾਰਨ ਲੱਗ ਜਾਂਦੇ ਆ। ਸੋ ਜ਼ਿੰਦਗੀ ਇੱਕ ਸੰਘਰਸ਼ ਆ ਤੇ ਇਹਨੂੰ ਜ਼ਰੂਰ ਜੀਣਾ ਚਾਹੀਦਾ ਆ। ਹਾਂ, ਅੱਡੀਆਂ ਚੱਕ ਕੇ ਫਾਹਾ ਨਹੀਂ ਲੈਣਾ ਚਾਹੀਦਾ। ਜਿਵੇਂ ਕਹਿੰਦੇ ਨੇ ਕਿ ਮਹਿੰਗੇ ਮਹਿੰਗੇ ਕੱਪੜੇ ਪਾਉਣੇ ਕਿ ਮੈਂ ਅਮੀਰ ਹਾਂ, ਮੈਂ ਬਹੁਤ ਖੁਸ਼ ਹਾਂ, ਪਰ ਅਸਲ ਦੇ ਵਿੱਚ ਤੁਹਾਡੇ ਅੰਦਰ ਅਮੀਰੀ ਹੋਣੀ ਚਾਹੀਦੀ ਆ। ਕੱਪੜਿਆਂ ਦੇ ਵਿੱਚ ਕੁਛ ਨਹੀਂ, ਕਿਉਂਕਿ ਅੱਜ ਜੇ ਇਹ ਨਵਾਂ ਹੈ ਕੱਲ ਨੂੰ ਇਹ ਪੁਰਾਣਾ ਵੀ ਹੋਣਾ ਹੈ। ਪਰ ਤੁਹਾਡੀ ਸੋਚ ਵਿੱਚ ਅਮੀਰੀ ਜੋ ਅੱਜ ਆ ਉਹ ਵੀ ਕੱਲ ਵੀ ਉਹੀ ਹੀ ਰਹਿਣੀ ਆ। ਇਸ ਲਈ ਆਪਣੇ ਆਪ ਨੂੰ ਨਵੀਂ ਸੋਚ ਦੇ ਧਾਰਨੀ ਬਣੀਏ। ਲੋਕ ਕੀ ਕਹਿਣਗੇ ਇਹ ਛੱਡ ਦਿਓ, ਕਿਉਂਕਿ ਲੋਕਾਂ ਦਾ ਕੰਮ ਕਹਿਣਾ ਉਹਨਾਂ ਨੇ ਕਹਿੰਦੇ ਹੀ ਰਹਿਣਾ ਆ। ਜਦੋਂ ਤੁਸੀਂ ਕਿਸੇ ਕਾਰਜ ਦੇ ਲਈ, ਸਫਲਤਾ ਦੇ ਲਈ, ਕਿਸੇ ਮੰਜ਼ਿਲ ਲਈ ਵਧੋਗੇ, ਲੋਕ ਤੁਹਾਡੀਆਂ ਲੱਤਾਂ ਖਿੱਚਣਗੇ ਤੇ ਨਾਲ ਇਹ ਕਹਿਣਗੇ ਇਹਦੇ ਕੋਲ ਕਿੱਥੇ ਹੋਣਾ, ਇਹ ਕਿੱਥੇ ਕਰ ਸਕਦਾ ਇਦਾਂ ਦਾ ਕੰਮ, ਇਹਨੇ ਕਿੰਨਾ ਟਾਈਮ ਟਿਕਣਾ, ਬੜੀਆਂ ਗੱਲਾਂ ਹੋਣਗੀਆਂ। ਤਾਂ ਕਈ ਵਾਰ ਡੇਗਣ ਦੀ ਵੀ ਕੋਸ਼ਿਸ਼ ਕਰਨਗੇ, ਛੱਡ ਪਰੇ ਇਹੋ ਜਿਹੇ ਕੰਮਾਂ 'ਚ ਕੀ ਰੱਖਿਆ, ਤੂੰ ਵੱਡੇ ਮੁਲਕ ਦਾ ਲਾ ਵੀ। ਅਗਲੇ ਨੂੰ ਚੱਕ ਕੇ ਕਰਜ਼ਾ ਤੇ ਫਾਹਾ ਲਾ ਦਿੰਦੇ ਨੇ। ਤਾਂ ਜਦੋਂ ਇਨਸਾਨ ਕੱਲਾ ਤੁਰਦਾ, ਜਿਹੜੀਆਂ ਪਹਿਲਾਂ ਲੱਤਾਂ ਖਿੱਚਦੇ ਸੀ, ਜੇ ਕੋਈ ਮੁਕਾਮ ਹਾਸਲ ਕਰ ਲੈਂਦਾ ਆ, ਫਿਰ
ਜਿਨ੍ਹਾਂ ਦੇ ਮੂੰਹ ਦੇ ਵਿੱਚ ਦੂਸਰੀ ਜ਼ੁਬਾਨ ਸੀ ਨਾ 2 ਨੰਬਰੀ, ਉਹ ਵੀ ਕਹਿਣਗੇ ਸਾਨੂੰ ਪਤਾ ਸੀ ਇਹ ਕੁਝ ਕਰ ਸਕਦਾ ਆ, ਪਰ ਹੁਣ ਉਹਨੂੰ ਤੁਹਾਡੀਆਂ ਗੱਲਾਂ ਦਾ ਕੋਈ ਵੀ ਫਰਕ ਨਹੀਂ ਪੈਂਦਾ ਤੇ ਉਹ ਆਪਣੇ ਮੁਕਾਮ ਤੇ ਨਿਰੰਤਰ ਚੱਲਦਾ ਜਾ ਰਿਹਾ ਆ। ਲੋਕਾਂ ਦੀ ਪਰਵਾਹ ਕਰਦੇ ਰਹੋਗੇ ਤਾਂ ਬੁਰਕੀ ਤੋੜ ਕੇ ਤੁਸੀਂ ਮੂੰਹ ਦੇ ਵਿੱਚ ਨਹੀਂ ਪਾ ਸਕਦੇ ਥਾਲੀ ਵਿੱਚੋਂ ਵੀ, ਕਿਉਂਕਿ ਲੋਕਾਂ ਕਿਹਾ ਜਾਂਦਾ ਨਾ ਆਰੀ ਨੂੰ ਦੰਦੇ ਇੱਕ ਪਾਸੇ ਤੇ ਆਰੇ ਨੂੰ ਦੰਦੇ ਦੋਨੋਂ ਪਾਸੇ, ਪਰ ਜਹਾਨ ਨੂੰ ਚਾਰੇ ਪਾਸੇ ਆ। ਜਿੱਧਰ ਨੂੰ ਤੁਸੀਂ ਜਾਣਾ ਚਾਹੋਗੇ ਉਧਰ ਨੂੰ ਇਹਨਾਂ ਨੇ ਤੁਹਾਨੂੰ ਕਹਿ ਦੇਣਾ ਕਿ ਇਦਾਂ ਨਹੀਂ ਇਦਾਂ, ਮਤਲਬ ਤੁਹਾਡੇ ਚੰਗੇ ਕੰਮਾਂ ਦੇ ਵਿੱਚ ਵੀ ਇਹ ਨੁਕਸ ਕੱਢਣਗੇ। ਕਹਿੰਦੇ ਨੇ ਕਿ ਜਿਹੜਾ ਇਨਸਾਨ ਨੇ ਕੁਝ ਚੰਗੇ ਰਾਹ ਤੇ ਸੱਚਾਈ ਤੇ ਚੱਲਦਾ ਨਾ ਤਾਂ ਉਹਦਾ ਵਿਰੋਧ ਬਹੁਤ ਹੁੰਦਾ ਆ। ਕਿਉਂ ਹੁੰਦਾ ਆ ਕਿ ਇਹ ਇਦਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ, ਇਹ ਸਾਡੇ ਕਹਿਣੇ ਮਗਰ ਕਿਉਂ ਨਹੀਂ। ਤੇ ਜਦੋਂ ਤੁਸੀਂ ਚੰਗੇ ਕਾਰਜ ਕਰਦੇ ਰਹੋਗੇ ਤਾਂ ਤੁਹਾਡੇ ਵਿਰੋਧ ਵੀ ਹੋਊਗਾ ਤੇ ਤੁਹਾਨੂੰ ਸ਼ਬਦ ਵੀ ਬੋਲੇ ਜਾਣਗੇ। ਤਾਂ ਸਮਝ ਜਾਓ ਕਿ ਤੁਸੀਂ ਤਰੱਕੀ ਦੇ ਰਾਹ ਤੇ ਤੁਰ ਪਏ ਹੋ ਤੇ ਲੋਕਾਂ ਕੋਲੋਂ ਉਹ ਰਾਹ ਤੇ ਤੁਰਿਆ ਨਹੀਂ ਜਾਂਦਾ, ਇਸ ਲਈ ਨਾ ਉਹ ਤੁਰ ਸਕਦੇ, ਉਹਨਾਂ ਦੇ ਗੋਡਿਆਂ ਤੇ ਪੈਰਾਂ ਦੇ ਵਿੱਚ ਬਲ ਆ, ਤਾਂ ਕਰਕੇ ਉਹ ਗਲਤ ਗੱਲਾਂ ਦਾ ਪ੍ਰਯੋਗ ਕਰ ਰਹੇ ਨੇ, ਕਿਉਂਕਿ ਆਪ ਉਹ ਪਹੁੰਚ ਨਹੀਂ ਸਕਦੇ ਤੇ ਤੁਹਾਨੂੰ ਪਹੁੰਚਦਿਆਂ ਦੇਖ ਕੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਤਾਂ ਸਮਝ ਆਵੋ ਕਿ ਤੁਸੀਂ ਸਹੀ ਰਾਹ ਚੱਲ ਰਹੇ ਹੋ। ਤਾਂ ਆਪਣੇ ਉਸ ਰਾਹ ਤੇ ਲਗਾਤਾਰ ਚੱਲਦੇ ਰਹੋ, ਨਿਰਵਿਘਨ ਨਿਰੰਤਰ ਚੱਲਦੇ ਰਹੋ, ਤਾਂ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੂਗੀ। ਸੋ ਲੋਕ ਕੀ ਕਹਿਣਗੇ ਇਹ ਸੋਚਣਾ ਛੱਡ ਦਿਓ। ਤੁਸੀਂ ਕੰਮ ਦੇ ਵਿੱਚ ਦੇਰੀ ਕਰੋਗੇ, ਤੁਹਾਡਾ ਕੰਮ ਕਿੰਨਾ ਪਿੱਛੇ ਪਊਗਾ, ਬਸ ਇਹ ਸੋਚੋ। ਜਦੋਂ ਤੁਸੀਂ ਇੰਨਾ ਸੋਚਣਾ ਸ਼ੁਰੂ ਕਰਤਾ ਨਾ, ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਤੁਹਾਡੇ ਚੰਗੇ ਕੰਮ ਵੱਲ ਨੂੰ ਜਾਂਦਿਆਂ ਨਹੀਂ ਰੋਕ ਸਕਦੀ। ਸੋ ਇਸ ਲਈ ਨਵੀਆਂ ਪੈੜਾਂ ਪਾਓ। ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਿਰਫ ਇਨਸਾਨ ਦੀ ਸੋਚ ਛੋਟੀ ਤੇ ਵੱਡੀ ਹੁੰਦੀ ਆ। ਜਿਵੇਂ ਇੱਕੋ ਮਹਿਕਮੇ ਦੇ ਵਿੱਚ 2 ਤਰ੍ਹਾਂ ਦੀ ਕੈਟਾਗਰੀ ਦੇ ਕੰਮ ਇਨਸਾਨ ਕਰਦੇ ਨੇ, ਜਿਹੜੇ ਪੱਕੇ ਮੁਲਾਜ਼ਮ ਆ ਸਰਕਾਰੀ ਮਹਿਕਮੇ 'ਚ, ਜਿਹੜੇ ਕੱਚੀਆਂ ਭਰਤੀਆਂ ਹੋਈਆਂ ਉਹਨਾਂ ਦਾ ਆਪਸੀ ਤਾਲਮੇਲ ਛੇਤੀ ਹੁੰਦਾ ਹੀ ਨਹੀਂ, ਕਾਰਨ ਕਿ ਉਹ ਇਹ ਸੋਚਦੇ ਕਿ ਇਹ ਸਾਡੇ ਤੋਂ ਅੱਗੇ ਨਾ ਨਿਕਲ ਜਾਵੇ। ਸੋ ਇਹ ਧਾਰਨਾ ਨੂੰ ਤੁਸੀਂ ਗਲਤ ਕਰਨਾ ਹੈ ਤੇ ਉਸ ਮੁਕਾਮ ਤੇ ਪਹੁੰਚਣਾ ਹੈ ਜੋ ਤੁਹਾਡਾ ਡ੍ਰੀਮ ਹੈ, ਤੁਹਾਡਾ ਸੁਪਨਾ ਹੈ। ਲੋਕਾਂ ਦੀਆਂ ਗੱਲਾਂ ਵੱਲ ਤੇ ਲੋਕਾਂ ਦੇ ਹੱਥਾਂ ਵੱਲ ਦੇਖਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰੋ ਤੇ ਜਿਹੜੇ ਕਾਰਜ ਤੇ ਤੁਸੀਂ ਨਿਕਲੇ ਹੋ ਉਹ ਕਾਰਜ ਨਿਰਵਿਘਨ ਕਰਦੇ ਰਹੋ ਤੇ ਸਫਲਤਾ ਤੁਹਾਡੇ ਪੈਰ ਚੁੰਮੇਗੀ। ਸੋ ਕੋਈ ਤੁਹਾਡੇ ਜਦੋਂ ਨਾ ਕਿਹਾ ਜਾਂਦਾ ਹੈ ਕਿ ਇੱਕ ਗੱਲ ਹਮੇਸ਼ਾ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਸੁਣਦੇ ਆ ਬਹੁਤ ਜ਼ਿਆਦਾ ਹੁੰਦੀ ਆ ਕਿ ਕਰਮ ਮਤਲਬ ਕਿਸਮਤ, ਜੋ ਕਿਸਮਤ ਨੂੰ ਭਾਵੇ ਨਾ, ਜੋ ਪਰਮਾਤਮਾ ਨੂੰ ਭਾਵੇ ਉਹੀ ਹੁੰਦਾ ਆ। ਪਰ ਅਸਲ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜੇ ਤੁਸੀਂ ਚੰਗੇ ਰਾਹ ਤੇ ਚੱਲ ਰਹੇ ਨਾ, ਵਿਰੋਧ ਹੋਣਾ ਸੁਭਾਵਿਕ ਹੀ ਆ, ਤੁਹਾਡਾ ਰਾਹ ਵੀ ਕੱਟ ਹੋਣਾ ਆ, ਮੁਸ਼ਕਲਾਂ ਵੀ ਬਹੁਤ ਹੋਣੀਆਂ ਨੇ। ਪਰ ਜਦੋਂ ਤੁਸੀਂ ਉਸ ਚੰਗੇ ਤੇ ਨੇਕ ਰਸਤੇ ਤੇ ਚੱਲਦੇ ਰਹੋਗੇ ਤਾਂ ਮੁਕਾਮ ਵੀ ਮਿਲੂਗਾ। ਤਾਂ ਜਿਹੜੀ ਰੋਕ ਟੋਕ ਕਰਨ ਵਾਲੇ ਨੇ ਕਹਿੰਦੇ ਨੇ, ਜਿਵੇਂ ਕਹਿੰਦੇ ਨੇ ਕਿ ਗਲਤ ਕਾਰਜ ਕਰਨ ਵਾਲਿਆਂ ਦਾ ਮੂੰਹ ਕਾਲਾ ਹੁੰਦਾ ਨਾ, ਸੋ ਚੰਗਾ ਕੰਮ ਕਰਦੇ, ਜਿਹੜੇ ਨਿਰਵਿਘਨ ਕੰਮ ਕਰਦੇ ਨੇ, ਉਹ ਆਪਣੇ ਮੁਕਾਮ ਤੇ ਪਹੁੰਚ ਜਾਂਦੇ ਆ। ਜਿਨ੍ਹਾਂ ਦੇ ਗੋਡੇ ਗਿੱਟੇ ਕੰਮ ਨਹੀਂ ਕਰਦੇ ਤੇ ਉਹ ਗੱਲਾਂ ਕਰਨ ਜੋਗੇ ਰਹਿ ਜਾਂਦੇ। ਸੋ ਗੱਲਾਂ ਕਰਨ ਵਾਲਿਆਂ ਵੱਲ ਧਿਆਨ ਨਾ ਦਿਓ, ਤੁਸੀਂ ਆਪਣਾ ਕਾਰਜ ਕਰਦੇ ਜਾਓ ਨਿਰੰਤਰ ਨਿਰਵਿਘਨ ਤੇ ਸਫਲਤਾ ਜ਼ਰੂਰ ਤੁਹਾਡੇ ਪੈਰ ਚੁੰਮੂਗੀ। ਬਹੁਤ ਪਿਆਰੀਆਂ ਗੱਲਾਂ ਮੈਨੂੰ ਵੀ ਲੱਗੀਆਂ, ਕਿਉਂਕਿ ਸਮਾਜ ਦਾ ਇੱਕ ਐਸਾ ਇਹ ਸੱਚ ਆ ਕਿ ਜਿਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਸਾਡੇ ਨਾ ਬਰਦਾਸ਼ਤ ਵਾਲਾ ਮਿਹਦਾ ਕਹਿੰਦੇ ਆ ਕਿ ਪਤਾ ਨਹੀਂ, ਮੈਨੂੰ ਉਹ ਸ਼ਬਦ ਅਲਫਾਜ਼ ਨਹੀਂ ਆ ਰਿਹਾ, ਉਹ ਹਜ਼ਮ ਨਹੀਂ ਕਰ ਪਾਉਂਦੇ ਅਸੀਂ ਕੁਝ ਵੀ, ਹੈ ਨਾ। ਪਰ ਅਸਲ ਦੇ ਵਿੱਚ ਹਰ ਗੱਲ ਸੱਚ ਆ। ਕੁਦਰਤ ਰਾਣੀ ਸਾਨੂੰ ਬੜਾ ਕੁਝ ਦਿੰਦੀ ਹੈ ਤੇ ਬਸ ਦੁਨੀਆ ਦੀ ਪਰਵਾਹ ਲੋਕ ਕੀ ਕਹਿਣਗੇ ਇਹ ਛੱਡ ਕੇ ਤੁਸੀਂ ਕਰਮ ਕਰਦੇ ਜਾਓ, ਤੇ ਕਰਮ ਜਦੋਂ ਕਰਦੇ ਜਾਓਗੇ ਹਰ ਮੁਕਾਮ ਫਤਿਹ ਕਰੋਗੇ। ਆਓ ਫਿਰ ਕਨਵਰ ਗਰੇਵਾਲ ਹੁਣਾਂ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਪੈਗਾਮ ਸੁਣਦੇ ਆ। ਨਵੀਆਂ ਪੈੜਾਂ ਤੁਸੀਂ ਕਿਹੜੀਆਂ ਸਿਰਜਣੀਆਂ ਨੇ, ਕਿਉਂਕਿ ਪੈੜਾਂ ਤੋਂ ਬਿਨਾ
ਆਪਣਾ ਜਿਹੜਾ ਆ ਕਾਰਜ ਆ ਕੋਈ ਵੀ ਨਹੀਂ ਹੈ ਨਾ। ਕਿਉਂਕਿ ਜੇ ਇੱਕ ਬੱਚਾ ਪਰਿਵਾਰ ਦੇ ਵਿੱਚ ਗਰੀਬੀ ਆ ਤਾਂ ਉਸ ਗਰੀਬੀ ਨੂੰ ਕੱਢਣ ਦੇ ਲਈ ਦਿਹਾੜੀ ਕਰਦਾ ਆ ਜਾਂ ਕਿਸੇ ਨਾਲ ਕੰਮ ਸਿੱਖਦਾ ਆ ਤਾਂ ਲੋਕ ਕਹਿਣਗੇ ਕਿ ਇਸ ਕੰਮ ਵਿੱਚ ਕੀ ਰੱਖਿਆ, ਛੱਡ ਪਰੇ ਤੋਂ, ਹਨਾ। ਪਰ ਅਸਲ ਦੇ ਵਿੱਚ ਉਸ ਕੰਮ ਤੇ ਉਹ ਜੇ ਨਿਰੰਤਰ ਆਪਣਾ ਧਿਆਨ ਰੱਖੂਗਾ ਤੇ ਆਪਣੇ ਪਰਿਵਾਰ ਦੇ ਹਾਲਾਤ ਨੂੰ ਸੁਧਾਰ ਸਕਦਾ ਆ। ਸੋ ਇਸ ਲਈ ਆਪਣੇ ਆਪ ਨੂੰ ਮਜ਼ਬੂਤ ਰੱਖੋ, ਲੋਕਾਂ ਦੀ ਪਰਵਾਹ ਨਾ ਕਰੋ, ਲੋਕ ਕੀ ਕਹਿਣਗੇ। ਸੋ ਆਓ ਜੀ ਪੈਗਾਮ ਸੁਣਦੇ ਤੇ ਇਸ ਪੈਗਾਮ ਤੋਂ ਪਾਰ ਆਪਾਂ ਅਵਤਾਰ ਰੇਡੀਓ ਦੇ ਵਿੜੇ 'ਚ ਫਿਰ ਮਿਲਦੇ ਆ। ਸੁਖਰਾਜ ਭਾਜੀ ਸ਼ੁਕਰੀਆ ਜੀ। ਸਰਦਾਰ ਬਲਜੀਤ ਸਿੰਘ ਚੇਅਰਮੈਨ ਜੀ ਸਤਿ ਸ਼੍ਰੀ ਅਕਾਲ ਜੀ। ਸ਼ਾਹ ਜੀ ਸਤਿ ਸ਼੍ਰੀ ਅਕਾਲ। ਭੈਣ ਪਹਿਲਾਂ ਹੱਸ ਕੇ ਦਿਖਾ, ਹੀ 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 ਹੀ। ਕੋਮਲ ਭੈਣ ਕੈਨੇਡਾ ਗਏ ਹੋਏ ਆ ਨਾ, ਮੈਂ ਉਹਨਾਂ ਦੀਆਂ ਪੋਸਟਾਂ ਦੇਖੀਆਂ ਸੀ 2-3। ਮੈਂ ਕਿਹਾ ਵੀ ਚਲੋ ਛੁੱਟੀਆਂ ਕਰਕੇ ਭੈਣ ਹੁਣੇ ਵੀ ਘੁੰਮਣ ਗਏ ਹੋਏ ਆ ਨਾ, ਚਲੋ ਥੋੜਾ ਜਿਹਾ ਰਿਲੀਫ ਮਿਲਦਾ, ਕੰਮ ਡੇਲੀ ਕਰਦੇ ਆ, ਥੋੜਾ ਜਿਹਾ ਆਪਣੇ ਆਪ ਲਈ ਵੀ ਸਮਾਂ ਕੱਢਣਾ ਚਾਹੀਦਾ। ਜੋ ਅਸੀਂ ਨਹੀਂ ਕੱਢਦੇ ਤਾਂ ਫਿਰ ਡਾਕਟਰਾਂ ਦੇ ਗੇੜੇ ਲਾਉਣੇ ਪੈਂਦੇ, ਇਸ ਲਈ ਆਪਣੇ ਆਪ ਲਈ ਵੀ ਸਮਾਂ ਕੱਢ ਲਿਆ ਕਰੋ। ਖੁਸ਼ ਮਜ਼ਾਜੀਓ। ਵਾਹਿਗੁਰੂ। ਬਿਲਕੁਲ ਬਿਲकुल ਵੀਰੇ, ਸੱਚੀ ਬਹੁਤ ਪਿਆਰੇ ਨੇ ਭੈਣ ਹੁਣੀ। ਕਿਸ ਵੇਦ ਪਾਣੀ ਤੇ ਟਕਾਈ ਕਰਤੀ, ਕਿਸ ਕਿਹੜੀ 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 ਕਰ ਸਿਫਤ ਇਲਾਹੀ ਦੀ, ਕਿਹੜੀ 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 ਕਰ ਸਿਫਤ ਇਲਾਹੀ ਦੀ, ਕਿਹੜੀ ਕਿਹੜੀ। ਇੱਕ ਇੱਕ ਗੱਲ ਇੰਨੀ ਖਾਸ ਨਾ ਇਸ ਗੀਤ ਦੀ।
ਸੋ ਬਹੁਤ ਹੀ ਖੂਬਸੂਰਤ ਪੈਗਾਮ ਕਨਵਰ ਗਰੇਵਾਲ ਹੁਣਾਂ ਦੀ ਆਵਾਜ਼ ਦੇ ਵਿੱਚ ਹੈ। ਸੋ ਸੱਚੀ ਕੁਝ ਕੁ ਨਾ ਸ਼ਬਦ ਜਿਹੜੇ ਨੇ ਭਾਵ ਜਿਹੜੇ ਲਿਖਤੀ ਦੇ ਵਿੱਚ ਆਪਾਂ ਪੜ੍ਹਦੇ ਨਾ ਕੁਝ, ਤਾਂ ਇਹਦੇ ਵਿੱਚ ਬੜਾ ਸੋਚਣ ਨੂੰ ਮਜਬੂਰ ਹੋ ਜਾਂਦੇ ਆ ਨਾ ਅਸੀਂ। ਦੇਖੋ ਅਸੀਂ ਤਾਂ ਖਾਣੇ ਰੋਟੀ ਪਾਣੀ ਹੈ ਨਾ, ਰੋਟੀ ਖਾਧੀ ਆ, ਸਬਜ਼ੀ ਖਾਧੀ ਆ, ਜਾਂ ਦਲੀਆ ਖਾਦਾ ਜਾਂ ਕੁਝ ਵੀ ਖਾਦਾ ਹੈ ਨਾ, ਤਾਂ ਉਹ ਖੂਨ ਕਿਵੇਂ ਬਣ ਜਾਂਦਾ ਨਾ। ਕਿੰਨਾ ਪਿਆਰਾ ਪ੍ਰਮਾਤਮਾ ਨੇ ਮਸ਼ੀਨਾਂ ਲਾਈਆਂ ਜਿਨ੍ਹਾਂ ਨੂੰ ਚਾਰਜ ਕਰਨ ਦੀ ਲੋੜ ਨਹੀਂ, ਬਿੱਲ ਤਾਰਨ ਦੀ ਲੋੜ ਨਹੀਂ ਉਹਨਾਂ ਦੀ, ਪਰ ਉਹ ਸਾਰੇ ਕੰਮ ਕਿੰਨੇ ਨਿਰਵਿਘਨ ਚੱਲਦੇ ਰਹਿੰਦੇ ਹਨਾ। ਤਾਂ ਕਿੰਨਾ ਪਿਆਰਾ ਉਹ ਪਰਮਾਤਮਾ ਆ ਜਿਹਨੇ ਸਾਨੂੰ ਬਣਾਇਆ, ਪਰ ਅਸੀਂ ਪਿਆਰੇ ਤੋਂ ਸ਼ੈਤਾਨ ਬਣਦੇ ਜਾ ਰਹੇ ਹਾਂ। ਸੋ ਅੱਜ ਦੇ ਵਿੱਚ ਸਬਰ ਤੋਂ ਸਖਣੀ ਅੱਜ ਦੀ ਜ਼ਿੰਦਗੀ ਆ ਵਾਕਿਆ ਹੀ, ਕਿਉਂਕਿ ਪੈਸੇ ਦੀ ਹੋੜ ਜਿਹੜੀ ਆ ਨਾ, ਪੈਸੇ ਦੀ ਦੌੜ ਜਿਹੜੀ ਆ ਨਾ, ਤਾਂ ਹਰ ਵੇਲੇ ਸਾਡੇ ਜ਼ਿਹਨ ਦੇ ਵਿੱਚ ਇਹੀ ਹੁੰਦਾ ਕਿ ਕਿਹੜਾ ਦਿਖਾਵਾ ਕੀਤਾ ਜਾਵੇ। ਤਾਂ ਸਾਡੇ ਜੀਵਨ ਦੇ ਵਿੱਚ ਸਬਰ ਤੇ ਸੰਤੋਖ ਜਿਹੜਾ ਆ ਉਹ ਨਾ ਮਾਤਰ ਜਿਹਾ ਹੁੰਦਾ ਜਾ ਰਿਹਾ। ਮੈਂ ਸਾਰਿਆਂ 'ਚ ਨਹੀਂ ਕਹਿੰਦੀ, ਪਰ ਕੁਝ ਕੁਝ ਹੈ ਨਾ। ਤਾਂ ਉਹਦੇ ਵਿੱਚ ਅਸੀਂ ਉਸ ਪਰਵਰਦੀਗਾਰ ਨੂੰ, ਉਸ ਨਿਰੰਕਾਰ ਨੂੰ ਵਿਸਾਰ ਦਿੱਤਾ ਆ। ਨਿੱਕੀ ਜਿਹੀ ਗੱਲ ਕਿਸੇ ਨੇ ਕਹਿਤੀ ਨਾ, ਠੇਸ ਐਸੀ ਮਨ ਨੂੰ ਲੱਗੀ ਨਾ ਕਿ ਬਸ ਠੀਕ ਆ। ਤਾਂ ਹਰ ਕੋਈ ਇਨਸਾਨ ਇਹੀ ਚਾਹੁੰਦਾ ਹੈ ਕਿ ਦੂਸਰੇ ਨੂੰ ਮੈਂ ਨੀਵਾਂ ਕਿਵੇਂ ਦਿਖਾਵਾਂ, ਪਹਿਲਾ ਮੈਂ ਆ, ਦੂਜਾ ਕਿਹੜਾ ਜਿਹੜਾ ਹੋਰ ਇਨਸਾਨ ਨੂੰ ਨੀਵਾਂ ਕਿਵੇਂ ਦਿਖਾਵਾਂ। ਹਰ ਵੇਲੇ ਇਹ ਵਿਉਂਤਬੰਦੀ ਘੜਦਾ ਰਹਿੰਦਾ ਕਿ ਮੇਰੇ ਕੋਲ ਪੈਸਾ ਵੱਧ ਹੋਵੇ, ਉਸ ਇਨਸਾਨ ਦੇ ਕੋਲ ਨਾ ਹੋਵੇ। ਇਹ ਨਵੀਂ ਪੈੜ ਦੇ ਵਿੱਚ ਨਹੀਂ ਆਉਂਦਾ, ਇਹ ਸੂੜੀ ਸੋਚ ਦੇ ਵਿੱਚ ਆਉਂਦਾ ਆ। ਬਹੁਤ ਜ਼ਰੂਰੀ ਆ ਆਪਣੇ ਆਪ ਦਾ ਅਕਸ ਬਚਾਉਣਾ ਅੱਜ ਦੇ ਦੌਰ ਦੇ ਵਿੱਚ। ਤੇ ਅਕਸ ਸਾਡਾ ਬਚੂਗਾ ਤਾਂ ਹੈ ਜੇ ਸਾਡੇ ਸੁਭਾਅ ਦੇ ਵਿੱਚ ਸਹਿਣਸ਼ੀਲਤਾ ਹੋਊਗੀ। ਤੇ ਜੇ ਸਹਿਣਸ਼ੀਲਤਾ ਦਾ ਪੱਲਾ ਫੜ ਲਈਏ ਤੇ ਸਾਡਾ ਜੀਵਨ ਸੁਖੀ ਹੋ ਜਾਊਗਾ, ਨਹੀਂ ਤਾਂ ਫਿਰ ਪੰਨਿਆਂ ਦੇ ਉੱਤੇ ਕੁਝ ਹੋਰ ਹੀ ਉਲੀਕਿਆ ਜਾਣਾ ਆ। ਸੋ ਪੈਸਾ ਜ਼ਰੂਰੀ ਹੈ, ਪਰ ਹਰ ਥਾਂ ਪੈਸਾ ਨਾਲ ਕੋਈ ਐਸੀਆਂ ਵਸਤੂਆਂ ਨੇ ਜਿਹੜੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਪੁੱਤਰ ਪੈਸੇ ਨਾਲ ਨਹੀਂ ਖਰੀਦੇ ਜਾ ਸਕਦੇ, ਪਿਆਰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ, ਪਰਵਰਦੀਗਾਰ ਦਾ ਨਾਮ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ, ਮਨ ਦੀ ਸ਼ਾਂਤੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਸੰਤੋਖ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ, ਵਿਸ਼ਵਾਸ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ, ਆਪਣਾਪਨ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਸੋ ਪੈਸੇ ਨਾਲ ਜੇ ਖਰੀਦੀਆਂ ਜਾ ਸਕਦੀਆਂ ਇਨਸਾਨ ਵੱਲੋਂ ਬਣਾਈਆਂ ਵਸਤੂਆਂ ਹੀ ਅਸੀਂ ਖਰੀਦ ਸਕਦੇ ਹਾਂ, ਉਸ ਪਰਵਰਦੀਗਾਰ ਨੂੰ ਨਹੀਂ ਖਰੀਦ ਸਕਦੇ। ਉਸ ਪਰਵਰਦੀਗਾਰ ਦੀ ਬਣਾਈ ਸ੍ਰਿਸ਼ਟੀ ਨੂੰ ਅਸੀਂ ਖਰੀਦ ਨਹੀਂ ਸਕਦੇ। ਪਰ ਫਿਰ ਵੀ ਜਦ ਪਤਾ ਪੈਸਾ ਨਾਲ ਨਹੀਂ ਜਾਣਾ, ਫਿਰ ਵੀ ਪੈਸਾ ਪੈਸਾ ਪੈਸਾ, ਮਰੂ 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 ਪੰਜਾਬੀ ਦਾ ਸ਼ਬਦ ਹੈ ਨਾ, ਕਰਦੇ ਰਹਿੰਦੇ ਆ। ਹਾਂ, ਕੁਝ ਥਾਵਾਂ ਤੇ ਬਹੁਤ ਲੋੜ ਹੁੰਦੀ ਆ ਹਨਾ, ਮੰਨਦੇ ਆ, ਕਿਉਂਕਿ ਜਦੋਂ ਕੋਈ ਕਾਰਜ ਹੁੰਦਾ ਆ, ਜਿਵੇਂ ਕੋਈ ਹਸਪੀਟਲ ਗਿਆ, ਉੱਥੇ ਪੈਸੇ ਦੀ ਬਹੁਤ ਲੋੜ ਆ ਹਨਾ, ਤੇ ਜਿਵੇਂ ਕੋਈ ਘਰ ਦੇ ਵਿੱਚ ਕੋਈ ਹੋਰ ਪ੍ਰੋਗਰਾਮ, ਉਦੋਂ ਪੈਸੇ ਦੀ ਲੋੜ ਆ। ਪਰ ਅਸਲ ਦੇ ਵਿੱਚ ਅਸੀਂ ਹਰ ਸਮੇਂ ਬਸ ਪੈਸੇ ਦੇ ਮਗਰ ਭੱਜੇ ਜਾਂਦੇ। ਕਹਿੰਦੇ ਨੇ ਕਿ ਗੁਰੂ ਸਾਹਿਬ ਕਹਿੰਦੇ ਸੀ ਕਿ ਮਾਇਆ ਦੇ ਮਗਰ ਜਿੰਨਾ ਭੱਜੋਗੇ ਨਾ, ਇਹ ਹੋਰ ਤੁਹਾਨੂੰ ਆਪਣੇ ਮਗਰ ਭਜਾਊਗੀ, ਪਰ ਹੱਥ ਫੇਰ ਨਹੀਂ ਆਉਂਦੀ, ਆਊਗੀ ਪਰ ਥੋੜੀ ਥੋੜੀ, ਜਿਹੜੀ ਕਿ ਜਾਂਦਿਆਂ ਤੋਂ ਫਿਰ ਗਈ। ਪਰ ਜੇ ਕਹਿੰਦੇ ਨੇ ਕਿ ਜਿੱਦਾਂ ਕਹਿੰਦੇ ਕਿ ਅਸੀਂ ਫਲ ਲਾਉਣ ਦੀ ਬੜੀ ਕੋਸ਼ਿਸ਼ ਕਰਦੇ ਨਾ ਰੁੱਖ ਤੋਂ, ਤੇ ਉਹ ਫਲ ਲੱਥਦਾ ਹੈ ਪਰ ਪੂਰਾ ਨਹੀਂ। ਤਾਂ ਜੇ ਅਸੀਂ ਰੋਖੀ ਹੀ ਮੰਗ ਲਈਏ, ਇਕੱਲਾ ਫਲ ਹੀ ਨਾ ਮੰਗੀਏ, ਰੋਖੀ ਹੀ ਲੈ ਲਈਏ, ਤਾਂ ਫਲ ਵੀ ਸਾਡਾ, ਛਾਂ ਵੀ ਸਾਡੀ, ਆਕਸੀਜਨ ਵੀ ਸਾਡੀ, ਲੱਕੜੀ ਵੀ ਸਾਡੀ, ਪੱਤੇ ਵੀ ਸਾਡੇ, ਸਾਰਾ ਕੁਝ ਸਾਡਾ। ਤੇ ਅੱਜ ਅਸੀਂ ਸਿਰਫ ਉਹ ਫਲ ਪਾਉਣ ਦੀ ਕੋਸ਼ਿਸ਼ ਦੇ ਵਿੱਚ ਬਸ ਭੱਜੇ ਜਾ ਰਹੇ ਹਾਂ। ਐਸੀ ਰਫ਼ਤਾਰ ਹੈ ਕਿ ਜੇ ਕੋਈ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਪਹਿਲਾ ਕੰਮ ਕਰਦਾ, ਜੇ ਕੋਈ ਨਵਾਂ ਮੈਂਬਰ ਆਇਆ ਨਾ, ਉਹਨਾਂ ਦੀ ਆਪਸ ਦੇ ਵਿੱਚ ਇਸ ਕਰਕੇ ਨਹੀਂ ਉਹਨੂੰ ਸਵੀਕਾਰ ਕਰ ਪਾਉਂਦੇ ਕਿ ਕਿਤੇ ਇਹ ਮੇਰੇ ਬਰਾਬਰ ਨਾ ਹੋ ਜਾਵੇ। ਪਰ ਅਸਲ ਦੇ ਵਿੱਚ ਇਦਾਂ ਨਹੀਂ ਹੁੰਦਾ। ਤਾਂ ਫਿਰ ਬਾਅਦ ਚ ਪਤਾ ਕੀ ਕਹਿੰਦੇ ਹੁੰਦੇ, ਕਰਮ ਤੁਹਾਡਾ ਆ, ਤੁਸੀਂ ਕੋਈ ਵੀ ਕਿੱਤੇ ਲਈ ਜੇ ਮਤਲਬ ਕਰਮ ਕਹਿੰਦੇ ਨੇ, ਕਰਮਾਂ ਦੀ ਖੇਡ ਹੈ ਸਾਰੀ। ਕਰਮ ਤਾਂ ਹੀ ਆ, ਜੇ ਰੋਟੀ ਬਣਾਉਂਗੇ ਵੇਲੋਗੇ ਤਾਂ ਹੀ ਮਿਲਣੀ ਹੈ ਨਾ। ਜੇ ਰੋਟੀ ਵੇਲਾਂਗੇ ਨਹੀਂ,
ਪਹਿਲਾਂ ਕਣਕ ਪੀਆਂਗੇ ਨਹੀਂ, ਫਿਰ ਆਟਾ ਗੁੰਨਾਂਗੇ ਨਹੀਂ, ਪੇੜਾ ਕਰਾਂਗੇ ਨਹੀਂ, ਚੋਂਡ ਕਰਾਂਗੇ ਨਹੀਂ, ਵੇਲਾਂਗੇ ਨਹੀਂ, ਤੇ ਫਿਰ ਤਵੇ ਤੇ ਪਾ ਜਾਂ ਲੋਹ ਤੇ ਪਾ ਪਕਾਵਾਂਗੇ ਨਹੀਂ, ਤਾਂ ਫਿਰ ਕਿਵੇਂ ਖਾਵਾਂਗੇ। ਸੋ ਇਹ ਆ ਸਾਰਾ ਕਰਮ, ਇਹ ਰੋਟੀ ਬਣਨ ਤੱਕ ਦਾ ਸਾਰਾ ਕਰਮ। ਕਿਸਾਨ ਨੇ ਬੀਜ ਬੀਜਿਆ, ਕਣਕ ਉਪਜੀ ਆ, ਘਰੇ ਆਈ ਆ, ਤਾਂ ਅਸੀਂ ਕਣਕ ਦਾ ਆਟਾ ਪੀਆ ਆ, ਆਟਾ ਗੁੱਦਾ ਆ, ਹਨਾ। ਇਹ ਸਾਰੇ ਕਰਮ ਨੇ, ਜੇ ਕੀਤੇ ਨੇ ਤਾਂ ਫਿਰ ਰੋਟੀ ਆਈ ਆ, ਹਨਾ। ਪਰ ਅਸੀਂ ਕਹਿੰਦੇ ਨੇ ਜਿਹਨੂੰ ਕੋਈ ਗੱਲ ਨਾ ਲੱਭਦੀ ਹੋਵੇ ਨਾ ਕਰਨ ਨੂੰ ਗਾਂ, ਉਹ ਕਹੂਗਾ ਕਿ ਇਹਦੇ ਕਰਮਾਂ 'ਚ ਏਦਾਂ ਸੀ। ਪਰ ਨਹੀਂ, ਕਰਮ ਸਾਨੂੰ ਅਖਤਿਆਰ ਆਪ ਕਰਨੇ ਪੈਣੇ ਆ। ਦੁੱਖ ਸੁੱਖ ਸਾਡੇ ਆਪਦੇ ਸਹੇੜੇ ਹੋਏ ਨੇ। ਜਿਵੇਂ ਮੈਂ ਵੀ ਖੁਦ ਕਹਿ ਦਿੰਦੀ ਹੁੰਦੀ ਕਿ ਬਿਮਾਰ ਹੋਣ ਦੇ ਲਈ ਆਪਣੀ ਪਹਿਲੀ ਸਟੇਜ ਨੂੰ, ਬਿਮਾਰ ਨੂੰ, ਹਨਾ, ਜੇ ਨਹੀਂ ਸਾਂਭਦੇ, ਅਸੀਂ ਜ਼ਿਆਦਾ ਬਿਮਾਰ ਹੋ ਕੇ ਤੇ ਫਿਰ ਕਿਸੇ ਹੋਰ ਨੂੰ ਲਾਂਭਾ ਦੇਵਾਂਗੇ ਤੇ ਇਹਦਾ ਮਤਲਬ ਅਸੀਂ ਬਹੁਤ ਵੱਡੇ ਬੇਵਕੂਫ ਹਾਂ। ਅਸੀਂ ਆਪਣਾ ਕਰਮ ਕਰਦੇ ਜਾਈਏ ਤਾਂ ਫਿਰ ਕੋਈ ਵੀ ਵਿਘਨ ਨਹੀਂ ਪਊਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਜੀ, ਕਰਦੇ ਰਵਾਂਗੇ। ਪਰ ਉਸ ਤੋਂ ਪਹਿਲਾਂ ਇੱਕ ਪੈਗਾਮ ਤੁਹਾਡੇ ਨਾਲ ਸਾਂਝਾ ਕਰਦੇ ਰਹੀਏ। ਤਾਂ ਪੈਗਾਮ ਜਿਹੜੇ ਨੇ ਉਹ ਕੁਦਰਤ ਦੇ ਰੰਗ ਦੇ ਨੇ, ਤੇ ਕੁਦਰਤ ਦੇ ਰੰਗ ਦੇ ਵਿੱਚੋਂ ਬੜਾ ਕੁਝ ਸਿੱਖਣ ਸਿਖਾਉਣ ਨੂੰ ਮਿਲਦਾ ਆ। ਪਰ ਅੱਖਾਂ ਤੇ ਕੰਨ ਜੇ ਖੁੱਲੇ ਰੱਖੀਏ ਤੇ ਆਪ ਕਰਮ ਕਰਦੇ ਜਾਈਏ। ਆਓ ਫਿਰ ਇੱਕ ਪੈਗਾਮ ਤੇ ਇਸ ਪੈਗਾਮ ਤੋਂ ਪਾਰ ਪ੍ਰੋਗਰਾਮ ਸਾਂਝ ਵਿੱਚ ਅਮਨਦੀਪ ਦੇ ਨਾਲ ਫਿਰ ਰੇਡੀਓ 'ਚ ਰੂਬਰੂ ਹੁੰਦੇ ਆ।